ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਇੱਕ ਫਿਲਮੀ ਸਟਾਈਲ 'ਚ ਕਤਲ ਕੀਤਾ ਗਿਆ। ਦਰਅਸਲ ਮਾਮਲਾ ਇਸੇ ਮਹੀਨੇ ਜੂਨ ਦਾ ਹੈ। 19 ਤਰੀਕ ਨੂੰ ਇੱਕ ਸੁਖਜੀਤ ਸਿੰਘ ਨਾਮ ਦਾ ਸ਼ਖਸ ਘਰੋਂ ਲਾਪਤਾ ਹੁੰਦਾ ਹੈ। ਉਸ ਦੀ ਪਤਨੀ ਨੇ ਲਾਪਤਾ ਹੋਣ ਦੀ ਗੱਲ ਆਖੀ ਔਰ ਸ਼ਿਕਾਇਤ ਦਰਜ ਕਰਵਾ ਦਿੱਤੀ। ਸਰਹੰਦ ਵਿੱਚ ਸ਼ਿਕਾਇਤ ਦਰਜ ਹੁੰਦੀ ਹੈ। ਉਸ ਤੋਂ ਬਾਅਦ ਪੁਲਿਸ ਭਾਲ ਵੀ ਜਾਰੀ ਕਰਦੀ ਹੈ, ਪਰ ਕਿਤੇ ਵੀ ਅਤਾ ਪਤਾ ਨਹੀਂ ਮਿਲਦਾ। ਪਰ ਮਾਮਲਾ ਜਦੋਂ ਪੁਲਿਸ ਨੇ ਤੰਦਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ ਤਾਂ ਇੱਥੋਂ ਤੱਕ ਪੁੱਜਿਆ। ਹੁਣ ਹੈਰਾਨੀਜਨਕ ਤੇ ਵੱਡਾ ਖੁਲਾਸਾ ਹੋਇਆ ਕਿ 4 ਕਰੋੜ ਦਾ ਪਹਿਲਾਂ ਇੰਸ਼ੋਰੈਂਸ ਕਰਵਾਇਆ ਗਿਆ, ਉਸ ਤੋਂ ਬਾਅਦ ਬੰਦਾ ਆਇਡੈਂਟੀਫਾਈ ਕੀਤਾ ਗਿਆ ਤੇ ਟਰੱਕ ਦੇ ਨਾਲ ਕੁਚਲ ਦਿੱਤਾ ਗਿਆ, ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਕਤਲ ਕਿਸੇ ਸੱਤ ਬਗਾਨੇ ਨੇ ਨਹੀਂ ਕੀਤਾ, ਆਪਣੇ ਹੀ ਜਿਗਰੀ ਯਾਰ ਨੇ ਇੱਕ ਸਾਜ਼ਿਸ਼ ਰਚ ਕੇ ਆਪਣੇ ਹੋਰ ਕੋਈ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। 4 ਕਰੋੜ ਦੀ ਜਿਹੜੀ ਪਾਲਿਸੀ ਕਰਾਈ ਸੀ ਜੀਵਨ ਦੀ ਇੰਸ਼ੋਰੈਂਸ ਦੀ, ਔਰ ਜਦੋਂ ਕਤਲ ਕਲੇਮ ਕਰ ਦਿੱਤਾ ਗਿਆ ਕਿ ਦੇਖੋ ਐਕਸੀਡੈਂਟ ਨਾਲ ਮੌਤ ਹੋ ਗਈ, ਔਰ ਕਤਲ ਨਹੀਂ ਦੱਸਿਆ ਗਿਆ ਕਤਲ ਹੋਇਆ, ਐਕਸੀਡੈਂਟ ਬਣਾ ਕੇ ਪੇਸ਼ ਕੀਤਾ ਗਿਆ ਪੁਲਿਸ ਦੇ ਕੋਲ। ਉਸ ਦੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ। ਪਰ ਬਾਅਦ ਵਿੱਚ ਹੌਲੀ ਹੌਲੀ ਜਦੋਂ ਭਾਲ ਜਾਰੀ ਕੀਤੀ ਪੁਲਿਸ ਨੇ, ਹੌਲੀ ਹੌਲੀ ਕਰਕੇ ਇਸ ਦੀਆਂ ਤੰਦਾਂ ਖੋਲ੍ਹੀਆਂ ਤਾਂ ਬੜਾ ਵੱਡਾ ਖੁਲਾਸਾ ਹੋਇਆ। ਔਰ ਇਸ ਤਰ੍ਹਾਂ ਵੀ ਹੋ ਸਕਦਾ ਹੈ, ਕੋਈ ਸੋਚ ਨਹੀਂ ਸਕਦਾ। ਫਿਲਮੀ ਸਟਾਈਲ ਦੇ ਵਿੱਚ ਸਾਜ਼ਿਸ਼ ਘੜੀ ਗਈ ਔਰ ਇੱਕ ਬੇਕਸੂਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਟਰੱਕ ਦੇ ਨਾਲ ਕੁਚਲ ਕੇ ਐਕਸੀਡੈਂਟ ਸ਼ੋਅ ਕੀਤਾ ਗਿਆ। ਪੁਲਿਸ ਅੱਗੇ ਜਦੋਂ ਤਫਤੀਸ਼ ਵੱਲ ਵੱਧਦੀ ਹੈ ਤੇ ਉੱਥੋਂ ਸੂਹ ਮਿਲਦੀ ਹੈ ਕਿ ਇਸ ਦਾ ਕੋਈ ਆਪਣਾ ਹੀ ਹੈ ਜਿਹੜਾ ਮਾਰ ਮੁਕਾ ਗਿਆ। ਔਰ ਉਸ ਦੀ ਪਤਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸ਼ਾਇਦ ਉਹ ਲਾਪਤਾ ਹੋ ਗਿਆ, ਘਰੇ ਨਹੀਂ ਮੁੜਿਆ। ਔਰ ਸ਼ਰਾਬ ਪੀਣ ਦਾ ਜ਼ਰੂਰ ਉਸ ਨੂੰ ਆਦਤ ਸੀ, ਇਸੇ ਕਰਕੇ ਉਸ ਨੂੰ ਸ਼ਿਕਾਰ ਵੀ ਇਸੇ ਤਰ੍ਹਾਂ ਹੀ ਬਣਾਇਆ ਗਿਆ। ਉਸ ਦੀ ਜੁੰਡਲੀ ਨੇ, ਦੋਸਤਾਂ ਨੇ ਪਹਿਲਾਂ ਸ਼ਰਾਬ ਦੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਪਿਆ ਦਿੱਤੀ। ਉਸ ਤੋਂ ਬਾਅਦ ਉਹ ਬੇਹੋਸ਼ ਹੁੰਦਾ ਤੇ ਉਸ ਨੂੰ ਫਿਰ ਰਾਜਪੁਰਾ ਰੋਡ ਦੇ ਉੱਤੇ ਲੈ ਗਏ ਉੱਥੇ, ਔਰ ਟਰੱਕ ਚੜਾ ਦਿੱਤਾ ਗਿਆ, ਉੱਤੇ ਕੁਚਲ ਦਿੱਤਾ ਗਿਆ। ਹੁਣ ਪੂਰੀ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਐਸਐਸਪੀ ਰਵਜੋਤ ਕੌਰ ਗਰੇਵਾਲ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਬਾਕੀ ਪੁਲਿਸ ਕਰਮੀਆਂ ਦੇ ਨਾਲ, ਸਾਥੀਆਂ ਦੇ ਨਾਲ, ਤੇ ਉਹਨਾਂ ਨੇ ਜੋ ਦੱਸਿਆ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਅਤੀ ਸੰਵੇਦਨਸ਼ੀਲ ਤੇ ਗੰਭੀਰ ਕਤਲ ਬਾਰੇ ਅਹਿਮ ਖੁਲਾਸੇ ਹੋਏ ਨੇ। ਡਾਕਟਰ ਰਵਜੋਤ ਕੌਰ ਗਰੇਵਾਲ ਐਸਐਸਪੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ 24/6/2023 ਨੂੰ ਥਾਣਾ ਸਰਹੰਦ ਵਿਖੇ ਜੀਵਨਦੀਪ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਪਿੰਡ ਸਾਨੀਪੁਰ ਥਾਣਾ ਸਰਹੰਦ ਨੇ ਬਿਆਨ ਕੀਤਾ ਸੀ ਕਿ ਉਸ ਦਾ ਪਤੀ ਸੁਖਜੀਤ ਸਿੰਘ 19 ਤਰੀਕ ਨੂੰ ਘਰੋਂ ਲਾਪਤਾ ਹੋ ਗਿਆ। ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਠੇਕੇ ਤੇ ਸ਼ਰਾਬ ਲੈ ਕੇ ਆਉਂਦਾ ਹੈ, ਲੇਕਿਨ ਉਹ ਵਾਪਸ ਨਹੀਂ ਪਰਤਿਆ। ਉਸ ਦੇ ਵਾਪਸ ਨਾ ਆਉਣ ਤੇ ਜੀਵਨਦੀਪ ਕੌਰ ਨੇ ਆਪਣੇ ਪਰਿਵਾਰ ਸਮੇਤ ਸਾਰੇ ਰਾਤ ਉਸ ਦੀ ਭਾਲ ਕੀਤੀ, ਪਰ ਉਸ ਦਾ ਪਤੀ ਸੁਖਜੀਤ ਸਿੰਘ ਦੀ ਭਾਲ ਕਿਤੋਂ ਨਾ ਹੋ ਸਕੀ। ਫਿਰ ਜੀਵਨਦੀਪ ਕੌਰ ਨੂੰ ਲੱਗਿਆ ਔਰ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਥਾਣਾ ਸਰਹੰਦ ਵਿਖੇ 20 ਜੂਨ ਨੂੰ 2023 ਨੂੰ ਇਸ ਦੀ ਗੁੰਮਸ਼ੁਦਗੀ ਦੀ ਸੰਬੰਧੀ ਇਤਲਾਹ ਦੇ ਦਿੱਤੀ ਪੁਲਿਸ ਨੂੰ ਕਿ ਸਾਡਾ ਇੱਕ ਜੀ ਆ ਜਿਹੜਾ ਘਰੋਂ ਲਾਪਤਾ ਹੋ ਗਿਆ। ਸੁਖਜੀਤ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਣ ਤੋਂ ਬਾਅਦ ਥਾਣਾ ਸਰਹੰਦ ਦੀ ਪੁਲਿਸ ਸੁਖਜੀਤ ਸਿੰਘ ਦੀ ਭਾਲ ਕਰਨ ਵਿੱਚ ਲੱਗ ਗਈ। ਸੁਖਜੀਤ ਸਿੰਘ ਦੀ ਭਾਲ ਕਰਦੇ ਸਮੇਂ ਪਿੰਡ ਸਾਨੀਪੁਰ ਤੇ ਜੋ ਨਹਿਰ ਹੈ ਪਟਿਆਲਾ ਰੋਡ ਤੋਂ ਅੱਗੇ ਹੋ ਕੇ ਜਾਂਦੀ ਆ, ਉਸ ਦੀ ਪਟੜੀ ਤੇ ਸੁਖਜੀਤ ਸਿੰਘ ਦਾ ਮੋਟਰਸਾਈਕਲ ਨੰਬਰ ਸੀ ਉਸ ਦਾ PB23J7572, ਮਾਰਕਾ ਹੀਰੋ ਹਾਂਡਾ ਪੈਸ਼ਨ ਪ੍ਰੋ, ਉਹ ਬਰਾਮਦ ਕੀਤਾ ਗਿਆ। ਨਹਿਰ ਦੇ ਕਿਨਾਰੇ ਹੀ ਸੁਖਜੀਤ ਸਿੰਘ ਦੀ ਕੈਂਚੀ ਚੱਪਲ ਰੱਖੀ ਹੋਈ ਸੀ, ਉੱਥੋਂ ਮਿਲੀ। ਉੱਥੋਂ ਇਹ ਸ਼ੋਅ ਕੀਤਾ ਗਿਆ ਕਿਤੇ ਉਸਨੇ ਨਹਿਰ ਵਿੱਚ ਛਾਲ ਤਾਂ ਨਹੀਂ ਮਾਰ ਦਿੱਤੀ। ਥਾਣਾ ਸਰਹੰਦ ਦੀ ਪੁਲਿਸ ਨੇ ਟੈਕਨੀਕਲ ਤਰੀਕੇ ਦੇ ਨਾਲ ਸੁਖਜੀਤ ਸਿੰਘ ਦੇ ਮੋਬਾਈਲ ਫੋਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸੁਖਜੀਤ ਸਿੰਘ ਦੇ ਮੋਟਰਸਾਈਕਲ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਮਿੱਟੀ ਵਿੱਚ ਦੱਬਿਆ ਹੋਇਆ ਮੋਬਾਈਲ ਬਰਾਮਦ ਹੋਇਆ ਤੇ ਉੱਥੋਂ ਫਿਰ ਸ਼ੁਰੂਆਤ ਹੋ ਗਈ ਇਸ ਕੇਸ ਦੀ ਕਿ ਇਸ ਕੇਸ ਵਿੱਚ ਹੋਰ ਵੀ ਬਹੁਤ ਕੁਝ ਹੈ। ਸ਼ੱਕ ਦੀ ਨਜ਼ਰ ਨਾਲ ਪੁਲਿਸ ਨੇ ਹੋਰ ਦੇਖਣਾ ਸ਼ੁਰੂ ਕਰ ਦਿੱਤਾ। ਹਾਲਾਤ ਇਸ ਤਰ੍ਹਾਂ ਦੇ ਬਣਾਏ ਗਏ ਸਨ ਕਿ ਮਾਮਲਾ ਇਸ ਤਰ੍ਹਾਂ ਲੱਗੇ ਕਿ ਪਹਿਲੀ ਨਜ਼ਰੇ ਆਤਮ ਹੱਤਿਆ ਕੀਤੀ ਗਈ ਹੈ। ਪਰ ਗੱਲ ਸੁਖਜੀਤ ਸਿੰਘ ਦੇ ਪਰਿਵਾਰ ਅਤੇ ਪੁਲਿਸ ਨੂੰ ਸ਼ੱਕੀ ਜਾਪੀ, ਜਿਸ ਕਰਕੇ ਡਾਕਟਰ ਰਵਜੋਤ ਕੌਰ ਗਰੇਵਾਲ ਐਸਐਸਪੀ ਨੇ ਮਾਮਲੇ ਦੀ ਪੜਤਾਲ ਸੰਬੰਧੀ ਗੁਰਬੰਸ ਸਿੰਘ ਬੈਂਸ DSP ਦੀ ਜਿਹੜੀ ਡਿਊਟੀ ਲਗਾ ਦਿੱਤੀ ਕਿ ਉਹਨਾਂ ਦੀ ਨਿਗਰਾਨੀ ਦੇ ਹੇਠ ਹੀ ਜਿਹੜੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ, ਤਫਤੀਸ਼ ਕੀਤੀ ਜਾਵੇ। ਨਾਲ ਹੀ ਉਹਨਾਂ ਦੇ ਇੰਸਪੈਕਟਰ ਗੁਰਦੀਪ ਸਿੰਘ, ਮੁੱਖ ਅਫਸਰ ਜਿਹੜੇ SHO ਨੇ ਸਰਹੰਦ ਦੇ, ਤੇ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ, ਮੁੱਖ ਅਫਸਰ ਥਾਣਾ ਬਡਾਲੀ, ਇਹਨਾਂ ਦੀ ਟੀਮ ਗਠਿਤ ਕਰ ਦਿੱਤੀ ਔਰ ਡਿਊਟੀ ਲਗਾ ਦਿੱਤੀ ਕਿ ਇਸ ਕੇਸ ਦੀ ਪੜਤਾਲ ਕੀਤੀ ਜਾਵੇ। ਘੁੰਡੀਆਂ ਕੁਝ ਹੋਰ ਵੀ ਨਿਕਲਣਗੀਆਂ ਤੇ ਉਹੀ ਗੱਲ ਆਖਰ ਤੱਕ ਸਾਬਤ ਹੋਈ। ਫਿਰ ਇਸ ਸੰਬੰਧੀ ਮੁਕੱਦਮਾ ਨੰਬਰ 92 ਮਿਤੀ 24/6/2023 ਨੂੰ 346 IPC ਥਾਣਾ ਸਰਹੰਦ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਡੂੰਘਾਈ ਦੇ ਨਾਲ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ। ਕੁਝ ਰੌਚਕ ਤੱਥ ਆਉਣੇ ਸਾਹਮਣੇ ਸ਼ੁਰੂ ਹੋ ਗਏ
ਤਫਤੀਸ਼ ਤੋਂ ਇਹ ਪਤਾ ਲੱਗਾ ਕਿ ਸੁਖਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਜੋ ਹਰ ਰੋਜ਼ ਘਰੋਂ 200-300 ਰੁਪਏ ਲੈ ਕੇ ਉਸਦੀ ਸ਼ਰਾਬ ਲੈ ਕੇ ਘਰ ਹੀ ਬੈਠ ਕੇ ਪੀਂਦਾ ਸੀ। ਪਰ ਪਿਛਲੇ 20-25 ਦਿਨਾਂ ਤੋਂ ਸੁਖਜੀਤ ਸਿੰਘ ਦੀ ਗੂੜੀ ਦੋਸਤੀ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਹੁਸੈਨਪੁਰ ਜਿਹੜਾ ਕਿ ਰਾਮਦਾਸ ਨਗਰ ਸਾਨੀਪੁਰ ਸਰਹੰਦ ਨਾਲ ਹੋ ਗਈ ਸੀ। ਗੁਰਪ੍ਰੀਤ ਸਿੰਘ ਸੁਖਜੀਤ ਸਿੰਘ ਨੂੰ ਹਰ ਰੋਜ਼ ਆਪਣੇ ਕੋਲ ਬੁਲਾ ਕੇ ਸ਼ਰਾਬ ਲਈ ਪੈਸੇ ਦਿੰਦਾ ਸੀ। ਗੁਰਪ੍ਰੀਤ ਸਿੰਘ ਨੇ ਪਹਿਲਾਂ ਹੀ ਵਿਉਂਤ ਘੜ ਲਈ ਸੀ ਕਿ ਸੁਖਜੀਤ ਸਿੰਘ ਨੂੰ ਮੈਂ ਸ਼ਿਕਾਰ ਬਣਾਵਾਂਗਾ ਔਰ ਇੰਸ਼ੋਰੈਂਸ ਪਾਲਿਸੀ ਦੇ ਤਹਿਤ 4 ਕਰੋੜ ਰੁਪਈਆ ਆਪਣੀ ਜੇਬ 'ਚ ਪਾਵਾਂਗਾ ਔਰ ਵੰਡ ਲਵਾਂਗੇ ਅਸੀਂ ਜਿਹਨੂੰ ਵੀ ਇਨਵੋਲਵਮੈਂਟ ਜਿਸ ਦੀ ਹੋਵੇਗੀ। ਔਰ ਦੋਸਤੀ ਕਰਨ ਦੇ ਬਹਾਨੇ ਉਸਨੇ ਐਸੀ ਦੁਸ਼ਮਣੀ ਪਾਲੀ ਹੋਈ ਸੀ ਕਿ ਉਸ ਦਾ ਭੇਤ ਪਹਿਲਾਂ ਕਿਸੇ ਨੂੰ ਨਹੀਂ ਸੀ ਦਿੱਤਾ। ਗੁਰਪ੍ਰੀਤ ਸਿੰਘ ਨੇ ਇਹ ਸਾਰੀ ਯੋਜਨਾ ਜਿਵੇਂ ਘੜੀ ਤੇ ਸੁਖਜੀਤ ਸਿੰਘ ਨੂੰ ਹਰ ਰੋਜ਼ ਆਪਣੇ ਕੋਲ ਬੁਲਾ ਲੈਣਾ, ਫਿਰ ਪੈਸੇ ਦੇ ਦੇਣੇ ਸ਼ਰਾਬ ਦੇ ਲਈ ਔਰ ਲਾਲਚ ਦਿੰਦਾ ਗਿਆ। ਔਰ ਸੁਖਜੀਤ ਸਿੰਘ ਦੀ ਪਤਨੀ ਜੀਵਨਦੀਪ ਕੌਰ ਨੇ ਇਸ ਸੰਬੰਧੀ ਗੁਰਪ੍ਰੀਤ ਸਿੰਘ ਨਾਲ ਗੁੱਸਾ ਵੀ ਜ਼ਾਹਰ ਕੀਤਾ ਕਿ ਮਾਮਲਾ ਸਾਹਮਣੇ ਆਉਣ ਤੇ ਕਿ ਜਦੋਂ ਪੁਲਿਸ ਵੱਲੋਂ ਤਫਤੀਸ਼ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਿਆ ਕਿ ਸੁਖਜੀਤ ਸਿੰਘ 19 ਤਰੀਕ ਨੂੰ ਗੁਰਪ੍ਰੀਤ ਸਿੰਘ ਤੇ ਇਸ ਦਾ ਇੱਕ ਹੋਰ ਸਾਥੀ ਸੁਖਵਿੰਦਰ ਸਿੰਘ ਉਰਫ ਸੰਘਾ ਤੇ ਗੁਰਪ੍ਰੀਤ ਸਿੰਘ ਦੀ ਪਤਨੀ ਖੁਸ਼ਦੀਪ ਕੌਰ ਇਕੱਠੇ ਦੇਖੇ ਗਏ ਸਨ। ਹੁਣ ਮਿਲੀ ਭੁਗਤ ਵਿੱਚ 3 ਬੰਦੇ ਸਾਹਮਣੇ ਆ ਗਏ ਸੀ, ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਪਤਨੀ ਵੀ ਸੀ ਤੇ ਉਸ ਦਾ ਦੋਸਤ ਸੰਘਾ ਵੀ ਸੀ। ਤਾਂ ਜਦੋਂ ਪਤਾ ਲੱਗਿਆ ਕਿ ਉਹ ਦੋਵੇਂ ਇਕੱਠੇ ਦੇਖੇ ਗਏ ਨੇ ਤਾਂ ਪੁਲਿਸ ਨੇ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਦਾ ਐਕਸੀਡੈਂਟ ਵਿੱਚ ਮੌਤ ਹੋ ਜਾਣ ਕਰਕੇ ਉਸ ਦੇ ਵਾਰਸਾਂ ਵੱਲੋਂ ਮੁਕੱਦਮਾ ਨੰਬਰ 58 ਮਿਤੀ 20/6 ਨੂੰ ਦਰਜ ਕਰਵਾ ਦਿੱਤਾ ਗਿਆ ਸੀ। ਕਹਾਣੀ ਦੇਖ ਲਓ ਕਿੱਧਰ ਨੂੰ ਜਾ ਰਹੀ ਹੈ। ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਕਰਵਾਇਆ ਗਿਆ ਸਦਰ ਰਾਜਪੁਰਾ ਵਿਖੇ ਦਰਜ ਮੁਕੱਦਮੇ ਵਿੱਚ ਇੱਕ ਲਾਸ਼ ਬੁਰੀ ਤਰ੍ਹਾਂ ਕੁਚਲੀ ਹੋਈ ਸੀ, ਜਿਸ ਦਾ ਚਿਹਰਾ ਬੁਰੀ ਤਰ੍ਹਾਂ ਕੁਚਲ ਕੇ ਬੇਪਛਾਣ ਕੀਤਾ ਹੋਇਆ ਸੀ, ਜਿਸ ਦੀ ਗੁਰਪ੍ਰੀਤ ਸਿੰਘ ਦੇ ਵਾਰਸਾਂ ਵੱਲੋਂ ਸ਼ਨਾਖਤ ਗੁਰਪ੍ਰੀਤ ਸਿੰਘ ਵਜੋਂ ਕਰਨ ਉਪਰੰਤ ਮੁਕੱਦਮਾ ਸਿਵਲ ਹਸਪਤਾਲ ਰਾਜਪੁਰਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਸੰਸਕਾਰ ਪਿੰਡ ਸਾਨੀਪੁਰ ਵਿਖੇ ਕਰ ਦਿੱਤਾ ਗਿਆ ਸੀ। ਸੰਸਕਾਰ ਕਰਨ ਉਪਰੰਤ ਮ੍ਰਿਤਕ ਦੇ ਫੁੱਲ ਤੇ ਪੂਰਾ ਅੰਗੀਠਾ ਜਿਹੜਾ ਉਹ ਜਲ ਪ੍ਰਵਾਹ ਕਰ ਦਿੱਤਾ ਗਿਆ। ਜਦੋਂ ਉਕਤ ਲਾਸ਼ ਦੀਆਂ ਫੋਟੋਆਂ ਦੇਖੀਆਂ ਗਈਆਂ ਤੇ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆ ਗਿਆ। ਉੱਥੋਂ ਇਹ ਗੱਲ ਪੱਕੀ ਹੋ ਗਈ ਕਿ ਇਹ ਲਾਸ਼ ਤਾਂ ਉਸ ਦੀ ਹੈ ਜਿਸ ਨੂੰ ਲਾਪਤਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਇਹ ਪੇਸ਼ ਕੀਤਾ ਜਾ ਰਿਹਾ ਕਿ ਉਸਨੇ ਆਤਮ ਹੱਤਿਆ ਕਰ ਲਈ। ਪੂਰਾ ਫਿਲਮੀ ਸਟਾਈਲ ਦੇ ਵਿੱਚ ਇਹ ਕਤਲ ਕੀਤਾ ਗਿਆ ਤੇ ਹੌਲੀ-ਹੌਲੀ ਮੁਲਜ਼ਮਾਂ ਦੀ ਪਛਾਣ ਹੋਣੀ ਵੀ ਸ਼ੁਰੂ ਹੋ ਗਈ। ਤਫਤੀਸ਼ ਤੋਂ ਸਾਬਤ ਹੋਇਆ ਕਿ ਉਕਤ ਲਾਸ਼ ਗੁਰਪ੍ਰੀਤ ਸਿੰਘ ਦੀ ਨਹੀਂ ਬਲਕਿ ਸੁਖਜੀਤ ਸਿੰਘ ਦੀ ਹੈ। ਡੂੰਘਾਈ ਨਾਲ ਤਫਤੀਸ਼ ਕਰਨ ਤੋਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਖੁਸ਼ਦੀਪ ਕੌਰ, ਸੁਖਵਿੰਦਰ ਸਿੰਘ ਉਰਫ ਸੰਘਾ, ਗੁਰਦੇਵ ਸਿੰਘ ਵਾਸੀ ਪਿੰਡ ਭਗਤਾਣਾ, ਥਾਣਾ ਬਡਾਲੀ ਵਾਲਾ ਸਿੰਘ, ਫਤਿਹਗੜ੍ਹ ਸਾਹਿਬ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ, ਜਿਸ ਤਹਿਤ ਸੁਖਜੀਤ ਸਿੰਘ ਨੂੰ ਸ਼ਰਾਬੀ ਹਾਲਤ ਵਾਲੀ ਪਹਿਲਾਂ ਹਾਲਤ ਵਿੱਚ ਕੀਤਾ ਗਿਆ, ਫਿਰ ਉਸ ਘਟਨਾ ਤੇ ਲਿਜਾਇਆ ਗਿਆ ਔਰ ਉਸ ਦੇ ਸਾਥੀਆਂ ਦੇ ਨਾਲ ਮਦਦ ਨਾਲ ਉਸ ਉੱਪਰੋਂ ਟਰੱਕ ਲੰਘਾ ਦਿੱਤਾ ਗਿਆ ਤੇ ਉਸ ਦੇ ਚਿਹਰੇ ਨੂੰ ਦਰੜ ਕੇ ਬੇਪਛਾਣ ਕਰ ਦਿੱਤਾ ਗਿਆ। ਤੇ ਗੁਰਪ੍ਰੀਤ ਸਿੰਘ ਦੀ ਮੌਤ ਸੰਬੰਧੀ ਰਾਜਪੁਰਾ ਵਿਖੇ ਮੁਕੱਦਮਾ ਦਰਜ ਕਰਵਾ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਲੇਕਿਨ ਪੁਲਿਸ ਨੇ ਇਸ ਨੂੰ ਹਿਊਮਨ ਇੰਟੈਲੀਜੈਂਸ ਤਕਨੀਕੀ ਮਦਦ ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨਾਲ ਤਾਲਮੇਲ ਕਰਕੇ ਬੇਨਕਾਬ ਕਰ ਦਿੱਤਾ ਤੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਮੁਲਜ਼ਮ ਗ੍ਰਿਫਤਾਰ ਕਰ ਲਏ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿੰਨੇ ਮੁਲਜ਼ਮ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਦੇ ਵਿੱਚ ਟਰੱਕ, ਕਾਰ, ਮੋਟਰਸਾਈਕਲ ਆਦਿ ਨੂੰ ਵੀ ਬਰਾਮਦ ਕੀਤਾ ਗਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਤਫਤੀਸ਼ ਕਰਨ ਤੋਂ ਪੁੱਛਗਿੱਛ ਕਰਨ ਤੇ ਬੜਾ ਹੋਰ ਵੀ ਕਾਫੀ ਕੁਝ ਸਾਹਮਣੇ ਆਇਆ। ਗੁਰਪ੍ਰੀਤ ਸਿੰਘ ਜਿਹੜਾ ਕਿ ਦੋਸਤੀ ਦੇ ਬਹਾਨੇ ਦੁਸ਼ਮਣੀ ਪੁਗਾ ਗਿਆ, ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਗਿਆ ਔਰ ਕਹਾਣੀ ਇਸ ਤਰ੍ਹਾਂ ਪੇਸ਼ ਕੀਤੀ ਗਈ। ਪਹਿਲਾਂ ਇਹ ਲੱਗੇ ਕਿ ਆਤਮ ਹੱਤਿਆ ਕਰ ਗਿਆ ਸੁਖਜੀਤ ਸਿੰਘ ਔਰ ਫਿਰ ਇਹ ਲੱਗੇ ਕਿ ਸ਼ਾਇਦ ਜਿਹੜਾ ਉਸ ਨੂੰ ਗੁਰਪ੍ਰੀਤ ਸਿੰਘ ਜਿਹੜਾ ਕਤਲ ਕਰਦਾ ਹੈ ਆਪਣੇ ਸਾਥੀਆਂ ਨਾਲ ਮਿਲ ਕੇ ਔਰ ਆਪਣੇ ਹੀ ਨਾਮ ਲਿਖਾ ਦਿੰਦਾ ਕਿ ਉਸ ਦੀ ਤਾਂ ਮੌਤ ਹੋ ਗਈ ਟਰੱਕ ਐਕਸੀਡੈਂਟ ਦੇ ਵਿੱਚ। ਪਰ ਮਸਲਾ ਕੀ ਸੀ ਕਿ ਉਸ ਤੋਂ ਥੋੜੇ ਦਿਨ ਪਹਿਲਾਂ ਉਸਨੇ 4 ਕਰੋੜ ਦਾ ਇੰਸ਼ੋਰੈਂਸ ਕਰਵਾ ਰੱਖਿਆ ਸੀ। ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸਨੇ 4 ਕਰੋੜ ਲੈਣ ਦੀ ਖਾਤਰ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੇ ਆਪ ਨੂੰ ਇਹ ਕਹਿ ਦਿੱਤਾ ਕਿ ਮੈਂ ਤਾਂ ਮਾਰਿਆ ਗਿਆ ਐਕਸੀਡੈਂਟ 'ਚ ਔਰ ਆਪਣੇ ਦੋਸਤ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ, ਕਤਲ ਕਰ ਦਿੱਤਾ ਔਰ ਇਹ ਸਾਰੀਆਂ ਕਹਾਣੀਆਂ ਰਚੀਆਂ ਗਈਆਂ। ਇਹ ਸਾਰੇ ਮਾਮਲੇ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਗਿਆ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਫੋਟੋ ਸਟੇਟ ਦੀ ਦੁਕਾਨ ਕਰਦਾ ਸੀ ਜਿਹੜਾ, ਉਸ ਤੋਂ ਪਤਾ ਲੱਗਦਾ ਕਿ ਹੁਣ ਉਸ ਦੀ ਸਲਾਹ ਨਾਲ ਆਪਣਾ 4 ਕਰੋੜ ਰੁਪਏ ਦਾ ਜਿਹੜਾ ਐਕਸੀਡੈਂਟਲ ਮੌਤ ਦਾ ਬੀਮਾ ਕਰਵਾਇਆ ਸੀ। ਜੋ ਰਾਜੇਸ਼ ਕੁਮਾਰ ਸ਼ਰਮਾ ਨੇ ਗੁਰਪ੍ਰੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਮੌਤ ਦਾ ਸਰਟੀਫਿਕੇਟ ਤੇ ਪੋਸਟਮਾਰਟਮ ਰਿਪੋਰਟ ਹਾਸਲ ਕਰਨ ਤੋਂ ਬਾਅਦ ਬੀਮੇ ਦੀ ਸਾਰੀ ਰਕਮ ਮਿਲ ਜਾਵੇਗੀ। ਸਾਰੇ ਵਿਅਕਤੀਆਂ ਨੇ ਰਕਮ ਦੀ ਵੰਡ ਇਸ ਤਰ੍ਹਾਂ ਕਰਨੀ ਸੀ। ਇੱਕ ਫਿਲਮੀ ਕਹਾਣੀ ਦੇ ਆਧਾਰ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕੋਸ਼ਿਸ਼ ਕੀਤੀ ਗਈ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਕਾਮਯਾਬੀ ਨਾਲ ਬੇਨਕਾਬ ਹੋ ਗਈ। ਇਹ ਸਾਰੇ ਮਸਲੇ ਦੇ ਵਿੱਚ ਹੁਣ ਜਿਹੜੀ ਹੈ ਤਫਤੀਸ਼ ਹੋ ਗਈ। ਹੁਣ ਇਸ ਦੇ ਵਿੱਚ 6 ਗ੍ਰਿਫਤਾਰੀਆਂ ਹੋਈਆਂ ਨੇ। ਇੱਕ ਗੁਰਪ੍ਰੀਤ ਸਿੰਘ ਜਿਹੜਾ ਮੁੱਖ ਮੁਲਜ਼ਮ ਹੈ, ਆਪਣੇ ਦੋਸਤ ਦਾ ਕਤਲ ਕਰਦਾ ਹੈ
ਕਿਵੇਂ ਪੇਸ਼ ਕਰਦਾ ਹੈ ਆਪਣੇ ਆਪ ਨੂੰ ਮਰਿਆ ਹੋਇਆ। ਖੁਸ਼ਦੀਪ ਕੌਰ ਉਸ ਦੀ ਪਤਨੀ ਹੀ ਸੀ ਜਿਸ ਨੇ ਇਹ ਵੀ ਸਮਝਿਆ ਕਿ 4 ਕਰੋੜ ਸਾਨੂੰ ਮਿਲੇਗਾ, ਬੁੱਲੇ ਲੁੱਟਾਂਗੇ, ਪਰ ਇਸ ਦੇ ਵਿੱਚ ਇੱਕ ਦੀ ਮੌਤ ਹੋ ਜਾਣੀ ਹੈ, ਕਤਲ ਕਰ ਦਿਆਂਗੇ। ਇਹ ਬੇਰਹਿਮੀ ਨਾਲ ਕੀਤਾ ਗਿਆ ਕਤਲ, ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ, ਉਸ ਦੇ ਪਰਦੇ ਚੁੱਕੇ ਗਏ ਨੇ। ਤੀਜਾ ਮੁਲਜ਼ਮ ਇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੁਖਵਿੰਦਰ ਸਿੰਘ ਉਰਫ ਸੰਘਾ। ਇਸ ਪੂਰੇ ਕਤਲकांड ਦੀ ਸਾਜ਼ਿਸ਼ ਦਾ ਸੂਤਰਧਾਰ ਵੀ ਮੰਨਿਆ ਗਿਆ ਪੁਲਿਸ ਮੁਤਾਬਕ। ਜਸਪਾਲ ਸਿੰਘ ਉਰਫ ਜੱਸਾ, ਜਿਹੜਾ ਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਾਲ ਵਾਸੀ ਕਿਰਾਏਦਾਰ ਮਕਾਨ ਮਾਲਕ ਬੂਟਾ ਸਿੰਘ ਨੇੜੇ ਦੁੱਧਾਧਾਰੀ ਗੁਰਦੁਆਰਾ ਸਾਹਿਬ ਬਾਈਪਾਸ ਰੋਡ ਪਟਿਆਲਾ 'ਚ ਰਹਿੰਦਾ ਹੈ। ਜਸਪਾਲ ਸਿੰਘ ਨੇ ਆਪਣਾ ਟਰੱਕ ਹੈ ਜਿਹੜਾ ਉਹ ਵਰਤਿਆ PB11BU 4194 ਮਾਰਕਾ ਅਸ਼ੋਕਾ ਲੇਲੈਂਡ 14 ਟਾਰੀ ਜਿਹੜਾ ਇਹ ਟਰਾਲਾ ਸੀ, ਇਸ ਦੀ ਵਰਤੋਂ ਕੀਤੀ ਗਈ ਉਸ ਨੂੰ ਅੰਜਾਮ ਦੇਣ ਦੇ ਲਈ ਕਤਲ ਨੂੰ। ਦਿਨੇਸ਼ ਕੁਮਾਰ ਜਿਹੜਾ ਰਿੰਕੂ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ। ਦਿਨੇਸ਼ ਕੁਮਾਰ ਨੇ ਸੁਖਵਿੰਦਰ ਸਿੰਘ ਉਰਫ ਸੰਘਾ ਨਾਲ ਮਿਲ ਕੇ ਮ੍ਰਿਤਕ ਸੁਜੀਤ ਸਿੰਘ ਨੂੰ ਬਲੈਨੋ ਕਾਰ ਦੇ ਨੰਬਰ PB23X1750 ਵਿੱਚੋਂ ਉਤਾਰ ਕੇ ਉਸ ਨੂੰ ਟਰੱਕ ਦੇ ਪਿਛਲੇ ਟਾਇਰ ਦੇ ਅੱਗੇ ਲਿਟਾ ਦਿੱਤਾ ਸੀ। ਰਾਜੇਸ਼ ਕੁਮਾਰ ਸ਼ਰਮਾ ਜਿਹੜਾ ਕਿ ਫਤਿਹਗੜ੍ਹ ਸਾਹਿਬ ਦਾ ਵਾਸੀ ਹੈ, ਇਹ ਗੁਰਪ੍ਰੀਤ ਸਿੰਘ ਦਾ ਦੋਸਤ ਹੈ। ਇਸ ਨੇ ਗੁਰਪ੍ਰੀਤ ਸਿੰਘ ਨੇ 25 ਲੱਖ ਦੇ ਕੁੱਲ 1 ਕਰੋੜ ਰੁਪਏ ਦੇ ਬੀਮੇ ਕੀਤੇ ਸਨ। ਰਾਜੇਸ਼ ਕੁਮਾਰ ਸ਼ਰਮਾ ਜਿਸ ਨੇ ਸਲਾਹ ਦਿੱਤੀ ਕਿ ਬੀਮੇ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਪੈਸੇ ਵਸੂਲਾਂਗੇ। ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆ ਗਈਆਂ। 6 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ। ਇਸ ਵਿੱਚ ਇੱਕ ਟਰੱਕ ਵੀ ਬਰਾਮਦ ਕੀਤਾ ਗਿਆ, ਇੱਕ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਤੇ ਨਾਲ ਹੀ ਬਲੀਨੋ ਕਾਰ ਹੈ ਜਿਹੜੀ ਉਹ ਵੀ ਬਰਾਮਦ ਕੀਤੀ ਗਈ ਹੈ। 6 ਮੁਲਜ਼ਮ ਬਰਾਮਦ ਕੀਤੇ ਗਏ ਤੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਹੁਸ਼ਿਆਰੀ ਵਰਤਦਿਆਂ ਹੋਇਆਂ ਇਸ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ। ਪੇਸ਼ ਹੋਰ ਤਰ੍ਹਾਂ ਕੀਤਾ ਗਿਆ ਕਾਤਲਾਂ ਵੱਲੋਂ, ਪਰ ਸਾਰੇ ਕਾਤਲ ਪੁਲਿਸ ਦੇ ਅੜਿੱਕੇ ਚੜ੍ਹ ਚੁੱਕੇ ਨੇ ਤੇ ਇਸ ਤਰ੍ਹਾਂ ਵੀ ਹੋ ਸਕਦਾ ਕਿਸੇ ਨੇ ਕਦੇ ਸੋਚਿਆ ਨਹੀਂ ਹੋਣਾ। ਫਿਲਮੀ ਸਟਾਈਲ ਵਿੱਚ ਸਾਜ਼ਿਸ਼ ਘੜੀ ਗਈ, ਬੀਮਾ ਲੈਣ ਦੀ ਖਾਤਰ 4 ਕਰੋੜ ਰੁਪਏ ਦਾ ਲਾਲਚ ਇੱਕ ਕਤਲ ਕਰਵਾ ਗਿਆ। ਤਾਂ ਇਸ ਕਤਲ ਦਾ ਸਾਰਾ ਕੇਸ ਤੁਹਾਡੇ ਨਾਲ ਜਿਵੇਂ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ, ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਹੈਰਾਨੀਜਨਕ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਅੱਜ ਕੱਲ੍ਹ ਦੋਸਤੀਆਂ ਜਿਹੜੇ ਨਾਤੇ ਨੇ ਜਦੋਂ ਇਸ ਤਰ੍ਹਾਂ ਦੇ ਬਣਦੇ ਨੇ ਤੇ ਉਸ ਦੇ ਵਿੱਚ ਬਹੁਤੇ ਭਰੋਸੇਯੋਗ ਵੀ ਨਹੀਂ ਨਿਕਲਦੇ, ਉਹ ਤੁਹਾਡੀ ਜਾਨ ਤੱਕ ਲੈ ਸਕਦੇ ਨੇ। ਇਸੇ ਕਰਕੇ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਸੇ ਤਰ੍ਹਾਂ ਕੋਈ ਕਿਸੇ ਦਾ ਹੋਰ ਨਾ ਸ਼ਿਕਾਰ ਬਣਾ ਦੇਵੇ। ਤਾਂ ਹੁਣ ਪੀੜਤ ਪਰਿਵਾਰ ਨੂੰ ਹੁਣ ਲੱਗਦਾ ਇਨਸਾਫ ਮਿਲੇਗਾ, ਕਿਉਂਕਿ ਪੇਸ਼ ਹੋਰ ਤਰ੍ਹਾਂ ਕੇਸ ਕੀਤਾ ਜਾ ਰਿਹਾ ਸੀ, ਨਿਕਲਿਆ ਕੁਝ ਹੋਰ। ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਕੇਸ ਨੂੰ ਸੁਣਨ ਤੋਂ ਬਾਅਦ, ਸਮਝਣ ਤੋਂ ਬਾਅਦ ਤੁਹਾਡਾ ਮਨ ਦਾ ਕੀ ਵਿਚਾਰ ਹੈ, ਤੁਸੀਂ ਵੀ ਜ਼ਰੂਰ ਆਪਣੀ ਮਨ ਦੀ ਰਾਏ ਸਾਂਝੀ ਕਰਿਓ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।